अंग 76। परम पूजनीक महले पहले जी ने अपने भैन जी ते ਅਜੱਪਾ ਜਾਪ ਵਾਹਿਗੁਰੂ ਜੀ ਦੀ ਅਮੋਲਕ ਮਹਾਬਿਸਮਾਦ ਬਖਸ਼ਿਸ਼ ਕਰਨੀ। ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਪਰਮ ਪੂਜਨੀਕ ਮਾਤਾ ਤ੍ਰਿਪਤਾ ਜੀ ਨੇ ਆਪਣੀ ਪਿਆਰੀ ਬੱਚੀ ਪ੍ਰੇਮਾ ਭਗਤੀ ਦੇ ਅਵਤਾਰ ਪਰਮ ਪੂਜਨੀਕ ਬੀਬੀ ਨਾਨਕੀ ਜੀ ਨੂੰ ਕਿਹਾ, ਕਾਕੀ ਠੰਡ ਹੈ, ਆਪਣੇ ਭਰਾਤਾ ਜੀ ਨੂੰ ਬੁਲਾ ਕੇ ਲਿਆ, ਗਰਮ ਗਰਮ ਪ੍ਰਸ਼ਾਦਾ ਛਕਣ। ਪਰਮ ਪੂਜਨੀਕ ਬੀਬੀ ਜੀ ਬੁਲਾਉਣ ਗਏ। ਗੁਰੂ ਪ੍ਰਸਾਦ ਜੀ ਅਗਮ ਅਗਾਧ ਮਹਾਬਿਸਮਾਦ ਪ੍ਰਕਾਸ਼ ਸਰੂਪ ਨਿਰਗੁਣ ਬ੍ਰਹਮ ਜੀ ਚ ਲੀਨ ਅਵਸਥਾ ਚ ਬੈਠੇ ਸੱਚੇ ਵਾਹਿਗੁਰੂ ਜੀ ਦਾ ਸਿਮਰਨ ਕਰ ਰਹੇ ਸਨ। ਬੀਬੀ ਜੀ ਨੇ ਹੌਲੀ ਹੌਲੀ ਬੂਹਾ ਖੋਲ੍ਹਿਆ ਤਾਂ ਕਿ ਅਸਚਰਜ ਮਹਾਬਿਸਮਾਦ ਕੌਤਕ ਦੇਖਿਆ। ਆਪਣੇ ਛੋਟੇ ਭਰਾਤਾ ਜੀ ਦੇ ਰੋਮ ਰੋਮ ਤੇ ਉਹਨਾਂ ਦੇ ਸੁੰਦਰ ਮੁਖ ਕਵਲ ਸਿਮਰਨ ਕਰ ਰਹੇ ਹਨ। ਜਥਾ ਗੁਰਮੁਖੇ ਰੋਮੇ ਰੋਮੇ ਹਾਰੇ ਧਿਆਵੈ, ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲਾਖੋ ਲਾਖੋ ਗੇੜਾ ਆਖੀਏ, ਏਕੋ ਨਾਮ ਜਗਦੀਸ਼। ਜਿਹਵਾ ਏਕ ਹੋਏ ਲੱਖੋਟੀ, ਲੱਖੋਟੀ ਕੋਟੇ ਧਿਆਵੈ ਗੋ। ਭਾਵੇਂ ਕਮਰੇ 'ਚ ਦੀਵਾ ਨਹੀਂ ਸੀ ਪਰ ਫਿਰ ਵੀ ਇੱਕ ਰਸ ਵਜਵਾਂ ਪ੍ਰਕਾਸ਼ ਹੋ ਰਿਹਾ ਸੀ, ਇੱਕ ਰਸ ਲਗਾਤਾਰ ਜਾਪ ਹੋ ਰਿਹਾ ਸੀ। ਜਸਾ ਜਹ ਚੇਲ ਮੇਲੇ ਕਾਰੋ ਦਿਸੰਤਾ, ਤਹ ਅਨਹਦ ਸ਼ਬਦ ਬਜੰਤਾ। ਨਿਰਗੁਣੋ ਸਰਗੁਣੋ ਆਪੇ ਸੋਈ। ਅਨੁਸਾਰ ਪਰਮ ਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਨਿਰਗੁਣ ਸਰਗੁਣ ਦੀ ਏਕਤਾ ਵਾਲੀ ਅਤਿਅੰਤ ਉੱਚੀ ਸੁੱਚੀ ਅਗਮ ਬਿਸਮਾਦ ਅਵਸਥਾ 'ਚ ਮਹਾਬਿਸਮਾਦ ਮਸਤ ਲੀਨ ਬੈਠੇ ਦੇਖੇ। ਯਥਾ ਮਗਨ ਨੂੰ ਭਇਓ ਪ੍ਰੇਮ ਸਿਉ, ਸੂਦ ਨ ਸਿਮਰਤ ਅੰਗ। ਅਰਬਦ ਨਰਬਦ ਧੁੰਦੂ ਕਾਰਾ, ਧਾਰਣੇ ਨ ਗਗਨਾ ਹੁਕਮ ਮੂੰਹ ਅਪਾਰਾ। ਛਤੀ ਜੁਗ ਗੁਬਾਰੋ ਸਾ, ਆਪੇ ਗਣਤ ਕੀਨੀ, ਕੇਤੇ ਜੁਗ ਵਰਤੇ ਗੁਬਾਰੈ। ਤਾੜੀ ਲਾਈ ਅਪਰਪਾਰੈ, ਧੁੰਦੂ ਕਾਰੇ ਨਿਰਾਲਮ ਮੂੰਹ ਬੈਠਾ। ਨਾ ਤਾਦੇ ਤੰਦੂ ਪਸਾਰਾ ਹੈ। ਪਰਮ ਪੂਜਨੀਕ ਬੀਬੀ ਜੀ ਵਾਹਿਗੁਰੂ ਜੀ ਦੇ ਪਰਮ ਪਿੱਤਰ ਨੂਰੀ ਸੱਚੇ ਇਹ ਸੁੰਦਰ ਮਹਾਬਿਸਮਾਦ ਦਰਸ਼ਨ ਕਰਕੇ ਬਿਸਮੈ ਬਿਸਮ ਗਹੀ ਮਹਾਬਿਸਮਾਦ ਹੋ ਗਏ। ਧਰਤੀ ਤੇ ਮੱਥਾ ਰੱਖ ਕੇ ਵਾਪਸ ਆ ਗਏ। ਲੱਖਾਂ ਮਣਾ ਸਰਦਾ ਬਦੀ। ਜਥਾ ਰਾਮ ਹਮ ਸਾਤੇ ਗੁਰ ਪਾਰ ਬ੍ਰਹਮ ਕਾਰੇ ਮਾਨੇ। ਬੀਬੀ ਜੀ ਪੀ ਪ੍ਰੇਮ ਭਗਤੀ ਜਲੀਨ ਹੋ ਗਏ। ਸੋ ਸਭ ਤੋਂ ਪਹਿਲਾਂ ਵਾਹਿਗੁਰੂ ਮੰਤਰ ਜੀ ਪਰਮ ਪੂਜਨੀਕ ਬੀਬੀ ਨਾਨਕੀ ਜੀ ਪਰਸਾਏ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਉਚਾਰੇ। ਵਾਹਿਗੁਰੂ ਮੰਤਰ ਜੀ ਦੇ ਸੁਖੈਨ ਅਰਥ ਤੇ ਸ਼ੁਭ ਸਿੱਖਿਆ। ਵਾਹਿਗੁਰੂ ਮੰਤਰ ਕਮਾਉਣ ਬਾਰੇ ਇਹਨਾਂ ਅਰਥਾਂ ਚੋਂ ਸਮਝ ਲੈਣਾ ਜੀ। ਹੇ ਗੁਰਮੁਖੇ ਪਿਆਰੇ ਜੀਓ, ਪਰਮ ਪੂਜਨੀਕ ਦਸਾਂ ਹੀ ਸੱਚੇ ਸਤਿਗੁਰੂ ਸਾਹਿਬ ਜੀ ਅੰਦਰ ਵਾਹਿਗੁਰੂ ਜੀ ਦੀ ਇੱਕੋ ਇੱਕ ਜੋਤ ਤੇ ਵਰਤੀ ਹੈ ਜੀ। ਯਥਾ ਸ੍ਰੀ ਨਾਨਕ ਅੰਗਦੇ ਕਾਰੇ ਮਾਨਾ, ਅਮਰਦਾਸ ਅੰਗਦ ਪਹਿਚਾਨਾ। ਅਮਰਦਾਸ ਰਾਮਦਾਸ ਕਹਾਇਓ, ਸਾਧਨੇ ਲਖਾ ਮੂੜ ਨਹਿ ਪਾਇਓ। ਪਿੰਨ ਪਿੰਨ ਸਭਹੂ ਕਾਰੇ ਜਾਨਾ, ਏਕ ਰੂਪ ਕਿਨਹੂ ਪਹਿਚਾਨਾ। ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਅੰਗ 77। ਨਾਮ ਜਪਣਾ ਔਖਾ ਹੈ, ਇਸ ਨੂੰ ਸੌਖਾ ਬਣਾਉਣ ਲਈ ਵਾਹਿਗੁਰੂ ਸਰੂਪ ਸੱਚੇ ਪਾਤਸ਼ਾਹ ਜੀ ਨੇ ਬਹੁਤ ਭਾਰੀ ਕਮਾਈ ਕੀਤੀ। ਪਰਮ ਪੂਜਨੀਕ ਦਸਾਂ ਸਰੂਪਾਂ ਅੰਦਰ ਇੱਕ ਜੋਤ ਹੋ ਕੇ ਵਰਤੇ। ਆਪਣੇ ਅਤੀ ਪਿਆਰੇ ਸਿੱਖ ਸਿੱਖਣੀਆਂ ਸਮੇਤ ਬੇਹੱਦ ਕੁਰਬਾਨੀਆਂ ਦਿੱਤੀਆਂ, ਜਿਵੇਂ ਉਬਲਦੀ ਦੇਗ ਅੰਦਰ ਬੈਠਣਾ, ਸੀਸ ਕੁਰਬਾਨ ਕਰਨਾ, ਸਰਬੰਸ ਕੁਰਬਾਨ ਕਰਨਾ, ਗੁਰਬਾਣੀ ਗੁਰਮਤ ਮਰਜ਼ਾਦਾ ਬਖਸ਼ਣੀ ਅਤੇ ਆਪ ਕਮਾਉਣੀ। ਗੁਰਾਂ ਦੇ ਕੌਤਕ ਸੁਣਦਿਆਂ ਸੁਣਾਉਂਦਿਆਂ, ਗੁਰਬਾਣੀ ਦੀ ਸੰਥਾ ਪੜ੍ਹਦਿਆਂ ਪੜ੍ਹਾਉਂਦਿਆਂ ਪ੍ਰੇਮੀ ਮਹਾਬਿਸਮਾਦ ਅਵਸਥਾ 'ਚ ਲੀਨ ਹੋ ਜਾਂਦੇ ਹਨ। ਸੱਚੇ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਕੁੱਕਰ ਗੁਲਾਮ ਬਣ ਕੇ ਹੀ ਅਜੱਪਾ ਜਾਪ
ਪ੍ਰਾਪਤ ਹੋ ਸਕਦਾ ਹੈ। ਸੱਚੇ ਸਤਿਗੁਰੂ ਸਾਹਿਬ ਜੀ ਦੁਆਰਾ ਹੀ ਹਮਤਾ ਦਾ ਤਿਆਗ ਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਹੈ। ਅਕਾਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਮੋਹ ਆਖੈ ਆਏ ਅਨੁਸਾਰ ਪਹਿਲਾਂ ਵਾਹਿਗੁਰੂ ਜੀ ਦਾ ਸੌਖਾ ਅਰਥ ਸਮਝਣਾ ਜ਼ਰੂਰੀ ਹੈ। ਵਾਹੇ ਜਮਾ ਗੁਰੂ, ਵਾਹੇ ਚਰਜ ਗੁਰੂ। ਸਤਿਗੁਰੂ ਸਾਹਿਬਾਨ ਜੀ ਗੁਰੂ ਜੀ ਕਿਰਪਾ ਕਰਕੇ ਵਾਹਿਗੁਰੂ 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 ਕਹਾਉਂਦੇ ਜਪਾਉਂਦੇ ਹਨ। ਵਾਹਿਗੁਰੂ ਵਾਹਿਗੁਰੂ ਕਹਿਣ ਜਪਣ ਨਾਲ ਇਹ ਧਿਆਨ ਦਿਲ 'ਚ ਆਉਣ ਕਿ ਹੁਣ ਸਤਿਗੁਰੂ ਪਹਿਲੇ ਪਾਤਸ਼ਾਹ ਜੀ ਰੋ ਰੋ ਕਰਕੇ ਸਿਮਰਨ ਕਰਦਿਆਂ ਸੱਤੇ ਕਰਤਾਰ ਕਹਿ ਕੇ ਪਰਬਤ ਨੂੰ ਪੰਜਾ ਲਾ ਰਹੇ ਹਨ। ਵਾਹਿਗੁਰੂ ਜੀ ਹੁਣ ਨਿਗਾਹ ਪਾ ਕੇ ਕੌਡੇ ਰਾਖਸ਼ ਦਾ ਤਪਦਾ ਕੜਾਹ ਠਾਰ ਰਹੇ ਹਨ। ਵਾਹਿਗੁਰੂ ਵਾਹਿਗੁਰੂ ਕਰਦਿਆਂ ਹਲ ਵਾਹ ਰਹੇ ਹਨ। ਵਾਹਿਗੁਰੂ ਜੀ ਹੁਣ ਪਰਮ ਪੂਜਨੀ ਸਤਿਗੁਰੂ ਦੂਜੇ ਸਰੂਪ ਅੰਦਰ 6 ਮਹੀਨੇ ਸਮਾਧੀ ਲਾ ਕੇ ਰੋਮ ਰੋਮ ਕਰਕੇ ਸਿਮਰਨ ਕਰ ਰਹੇ ਹਨ। ਵਾਹਿਗੁਰੂ ਜੀ ਹੁਣ ਮੱਲ ਅਖਾੜੇ ਸਾਹਿਬ ਜੀ ਵਿਖੇ ਬੱਚਿਆਂ ਨੂੰ ਗੁਰਬਾਣੀ ਜੀ ਸੁੱਧ ਸੰਥਾ ਪੜ੍ਹਾ ਰਹੇ ਹਨ। ਵਾਹਿਗੁਰੂ ਜੀ ਹੁਣ ਅੰਮ੍ਰਿਤ ਨਿਗਾਹ ਪਾ ਕੇ ਰੋਗੀਆਂ ਦੇ ਰੋਗ ਖੰਡ ਰਹੇ ਹਨ ਜੀ। ਵਾਹਿਗੁਰੂ ਜੀ ਹੁਣ ਸ੍ਰੀ ਖਡੂਰ ਸਾਹਿਬ ਜੀ ਵਿਖੇ ਗੁਰ ਸ਼ਬਦ ਅਤੇ ਲੰਗਰ ਵੰਡ ਰਹੇ ਹਨ। ਜੈਸਾ ਲੰਗਰੇ ਦੌਲਤ ਤੇ ਵੰਡੀਐ ਰਾਸੋ ਅੰਮ੍ਰਿਤੋ ਖੀਰੇ ਘਿਆਲੀ। ਵਾਹਿਗੁਰੂ ਸੱਚੇ ਸਤਿਗੁਰੂ ਦੂਜੇ ਪਾਤਸ਼ਾਹ ਜੀ ਭਾਈ ਬਾਲੇ ਜੀ ਤੋਂ ਪਹਿਲੇ ਪਾਤਸ਼ਾਹ ਜੀ ਦੀ ਅਵਤਾਰ ਕਥਾ ਸੁਣ ਕੇ ਹੁਣ ਅਨੰਦ ਚਮਕਾਰ ਸੁਣਦਿਆਂ ਸਮਾਧੀ ਲਾ ਰਹੇ ਹਨ। ਵਾਹਿਗੁਰੂ ਸੱਚੇ ਸਤਿਗੁਰੂ ਤੀਜੇ ਪਾਤਸ਼ਾਹ ਜੀ ਵਿਆਹ ਚੋਂ ਜਲ ਲਿਆਉਂਦਿਆਂ ਜਲਾਹੇ ਦੀ ਕੁੰਭ 'ਚ ਡਿੱਗ ਕੇ ਗਾਗਰ ਡੁੱਲੋਂ ਬਚਾ ਰਹੇ ਹਨ। ਵਾਹਿਗੁਰੂ ਜੀ ਦਾ ਧਿਆਨ ਧਾਰ ਕੇ ਰੋਮ ਰੋਮ ਕਰਕੇ ਵਾਹਿਗੁਰੂ ਵਾਹਿਗੁਰੂ ਜੀ ਜਪ ਰਹੇ ਹਨ। ਸਤਿਗੁਰ ਕੀ ਸੇਵਾ ਗਾਖੜੀ ਸੇਰੋ ਦੀਜੈ ਆਪੋ ਗਵਾਏ। 12 ਸਾਲ ਸੇਵਾ ਕੀਤੀ। ਵਾਹਿਗੁਰੂ ਚੌਥੇ ਸਰੂਪ ਸ੍ਰੀ ਬੋਲੀ ਸਾਹਿਬ ਜੀ ਦੀ ਸੱਚੀ ਸੇਵਾ ਕਰਦਿਆਂ ਆਪ ਜੀ ਆਪਣੇ ਹਾਣੀਆਂ ਦਾ ਲਤੜ ਕੇ ਭਰਿਆ ਟੋਕਰਾ ਚੁੱਕ ਕੇ ਬਾਹਰ ਸੁੱਟ ਰਹੇ ਹਨ। ਭਾਵੇਂ ਸਤਿਗੁਰੂ ਸਾਹਿਬ ਜੀ ਦੇ ਜਵਾਈ ਬਣੇ ਪਰ ਫਿਰ ਵੀ ਟੋਕਰਾ ਪਾਣੀ ਢੋਣ, ਚੱਕੀ ਪੀਸਣ, ਝਾੜੂ ਦੇਣ, ਪਰਮ ਪੂਜਨੀ ਸੱਚੇ ਸਤਿਗੁਰੂ ਸਾਹਿਬ ਜੀ ਦੇ ਬਸਤਰ ਧੋਣ, ਸਤਿਗੁਰੂ ਸਾਹਿਬ ਜੀ ਤੇ ਸਤਸੰਗਤ ਜੀ ਨੂੰ ਪੱਖਾ ਕਰਨ ਆਦਿ ਅਨੇਕ ਪ੍ਰਕਾਰ ਦੀ ਸ਼ੁਭ ਸੱਚੀ ਸੇਵਾ ਸੱਚਾ ਇਸ਼ਨਾਨ ਸਮਝ ਕੇ ਹੁਣ ਕਰ ਰਹੇ ਹਨ। ਜੈਸਾ ਸਾਚਾ ਨਾਵਾਂ ਨੂੰ ਗੁਰ ਕੀ ਸੇਵਾ। ਅੰਗ 78। ਵਾਹਿਗੁਰੂ ਜੀ ਹੁਣ ਪਰਮ ਪੂਜਨੀ ਪੰਜਵੇਂ ਜਾਮੇ ਅੰਦਰ ਰੋਮ ਰੋਮ ਕਰਕੇ ਨਾਮ ਜਪਦਿਆਂ ਉਬਲਦੀ ਦੇਗ 'ਚ ਬੈਠ ਰਹੇ ਹਨ। ਤੱਤੇ ਰੇਤੇ ਤੇ ਬੈਠ ਕੇ ਤੱਤਾ ਰੇਤਾ ਸੀਸ ਤੇ ਪਵਾ ਰਹੇ ਹਨ। ਤੀਜ ਧਰ ਅਜਰ ਜਰ ਰਹੇ ਹਨ। ਪਾਣਾ ਮੰਨਣ ਗੁਰੂ ਜੀ ਤੋਂ ਕੁਰਬਾਨ ਹੋਣ ਦਾ ਸਬਕ ਸਿਖਾ ਰਹੇ ਹਨ। ਵਾਹਿਗੁਰੂ ਜੀ ਹੁਣ ਪਰਮ ਪੂਜਨੀ ਪਰਮ ਪਾਕ 6ਵੇਂ ਜਾਮੇ ਅੰਦਰ ਰੋਮ ਰੋਮ ਕਰਕੇ ਨਾਮ ਜਪਦਿਆਂ ਆਪਣੇ ਸਿੱਖਾਂ ਲਈ ਅੱਗੇ ਵੱਧ ਕੇ ਧਰਮ ਯੁੱਧ ਜਿੱਤ ਰਹੇ ਹਨ। ਵਾਹਿਗੁਰੂ ਜੀ ਹੁਣ ਪਰਮ ਪੂਜਨੀ 7ਵੇਂ ਜਾਮੇ ਅੰਦਰ ਗੁਰਬਾਣੀ ਜੀ ਦਾ ਅਥਾਹ ਸਤਿਕਾਰ ਕਰਦਿਆਂ ਕਾਹਲੀ ਨਾਲ ਪਲੰਘੇ ਤੋਂ ਉੱਠ ਕੇ ਆਪਣੇ ਗੋਡੇ ਤੇ ਚੋਟ ਖਾ ਰਹੇ ਹਨ। ਵਾਹਿਗੁਰੂ ਜੀ ਹੁਣ ਪਰਮ ਪੂਜਨੀ 8ਵੇਂ ਸਰੂਪ 'ਚ ਮੰਜੀ ਸਾਹਿਬ ਜੀ ਦੇ ਸਵਾਇਮਾਨ ਹੋ ਕੇ ਨਜ਼ਰੇ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੈ ਰਹਿ ਲਿਵਲਾਏ ਅਨੁਸਾਰ ਵਿਸਮਾਦ ਪ੍ਰੇਮ 'ਚ ਢਲ ਕੇ ਪਰਮ ਪਿਤਰ ਨਿਤਨੇਮ ਸਿਮਰਨ ਕਰ ਰਹੇ ਹਨ। ਉਸ ਦੇ ਪਾਵੇ ਮੂੰਹ ਵਾਂਗ ਢਲ ਰਹੇ ਹਨ, ਜਿਨ੍ਹਾਂ 'ਚ ਸਿੱਖ ਦੀ ਖੁਬੋਈ ਸੂਈ ਅਲੋਪ ਹੋ ਰਹੀ ਹੈ। ਪਰਮ ਪੂਜਨੀ 9ਵੇਂ ਸਰੂਪ 'ਚ ਵਾਹਿਗੁਰੂ ਜੀ ਹੁਣ ਦਿੱਲੀ ਚਾਂਦਨੀ ਚੌਕ ਵਿਖੇ ਪਿੰਜਰੇ 'ਚ ਤਿੱਖੇ ਕਿੱਲਾਂ ਵਿਚਕਾਰ ਬੈਠੇ ਅਜਪਾ ਜਾਪ ਕਰ ਰਹੇ ਹਨ। ਵਾਹਿਗੁਰੂ ਜੀ ਹੁਣ ਪਰਮ ਪੂਜਨੀ 10ਵੇਂ ਜਾਮੇ ਅੰਦਰ ਧਰਮ ਯੁੱਧ ਲੜਦਿਆਂ ਸਿੱਖ ਸਿੱਖਣੀਆਂ ਮਾਤਾ ਪਿਤਾ ਚਾਰੇ ਸਾਹਿਬਜ਼ਾਦੇ ਹਾਥੀ ਘੋੜੇ ਫੌਜਾਂ ਸਭ ਕੁਝ ਕੁਰਬਾਨ ਕਰਦਿਆਂ ਨਿਮਖ ਵਾਹਿਗੁਰੂ ਵਾਹਿਗੁਰੂ ਜਪ ਜਪਾ ਤਿਆਗ ਕਮਾ ਰਹੇ ਹਨ। ਵਾਹਿਗੁਰੂ ਮੰਤਰ ਜੀ ਕਿੰਨਾ ਨੇ ਕਮਾਏ ਉਪਰੋਕਤ ਅਰਥਾਂ 'ਚ ਕਮਾਉਣ ਬਾਰੇ ਵੀ ਜ਼ਿਕਰ ਆ ਚੁੱਕਾ ਹੈ। ਸਤਿਗੁਰੂ ਪਹਿਲੇ ਪਾਤਸ਼ਾਹ ਜੀ ਦੇ ਕਮਾਉਣ ਬਾਰੇ ਜਿਸਾ ਆਖਾਂ ਜੀਵਾਂ ਵਿਸਰੈ ਮਾਰੇ ਜਾਓ, ਸਾਤੇ ਗੋਰੇ ਨਾਨਕੇ ਭਗਤੇ ਕਰੀ ਇੱਕ ਮਾਨੇ, ਤਾਨੂੰ ਮਾਨੂ ਤਾਨੂੰ ਗੋਬਿੰਦ ਦਿਓ, ਰੇ ਤੋ ਆਕੋ ਆਹਾਰੋ ਕਾਰੇ। ਰੋੜਾ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ,
ਵੱਡੇ ਭਾਗੋ ਹਰਿ ਸਿਉ ਬਣ ਆਈ। ਸੋ ਵਾਹਿਗੁਰੂ ਸਰੂਪ ਦਸਾਂ ਸਤਿਗੁਰੂ ਸਾਹਿਬ ਅਤੇ ਸਮੂਹ ਗੁਰੂ ਪ੍ਰੇਮੀ ਭਗਤਾਂ, ਸਿੱਖਾਂ, ਸ਼ਹੀਦਾਂ, ਸੂਰਬੀਰਾਂ, ਯੋਧਿਆਂ ਨੇ ਵਾਹਿਗੁਰੂ ਮੰਤਰ ਜੀ ਕਮਾਏ ਹਨ। ਵਾਹਿਗੁਰੂ ਮੰਤਰ ਜੀ ਕਦੋਂ ਉਚਾਰੇ? ਅਜੱਪਾ ਜਪ ਹੈ ਅਨੁਸਾਰ ਸਤਿਗੁਰੂ ਸਾਹਿਬਾਨ ਜੀ ਦੇ ਅੰਦਰ ਹਰ ਸਮੇਂ ਹਰ ਥਾਂ ਜਾਪ ਹੁੰਦਾ ਰਹਿੰਦਾ ਹੈ। ਜਿੱਥੇ ਜਾਏ ਵਹਿ ਮੇਰਾ ਸਾਤੇ ਗੁਰੂ, ਸੋ ਥਾਂ ਨੂੰ ਸੁਹਾਵਾ ਰਾਮ ਰਾਜੇ ਅਨੁਸਾਰ ਪਰਮ ਪੂਜਨੀ ਸੱਚੇ ਸਤਿਗੁਰੂ ਸਾਹਿਬ ਜੀ ਜਿੱਥੇ ਬਹਿੰਦੇ ਰੋਮ ਰੋਮ ਕਰਕੇ ਸਿਮਰਨ 'ਚ ਲੀਨ ਹੋ ਜਾਂਦੇ। ਵਾਹਿਗੁਰੂ ਜੀ ਦੇ ਸੱਚੇ ਚਰਨ ਕਮਲਾਂ 'ਚ ਸੁਰਤੀ ਐਸੀ ਲੀਨ ਹੁੰਦੀ, ਸਰੀਰ ਦਾ ਵੀ ਚੇਤਾ ਨਾ ਰਹਿੰਦਾ। ਯਥਾ ਮਗਨ ਨੂੰ ਭਇਓ ਪ੍ਰੈ ਪ੍ਰੇਮ ਸਿਓ ਸੂਦ ਨਾ ਸਿਮਰਤ ਅੰਗ। ਜਿਹੜੇ ਪ੍ਰੇਮੀ ਸੱਚੇ ਚਰਨ ਕਮਲਾਂ 'ਚ ਬੈਠੇ ਹੁੰਦੇ ਉਹ ਪਰਮ ਪਵਿੱਤਰ ਨੂਰੀ ਸੁੰਦਰ ਆਨੰਦੀ ਵਿਸਮਾਦੀ ਦਰਸ਼ਨ ਕਰਕੇ ਸਿਮਰਨ 'ਚ ਲੀਨ ਹੋ ਜਾਂਦੇ। ਜਿਹੜੇ ਦਰਸ਼ਨ ਕਰਨ ਜਾਂਦੇ ਉਹ ਵੀ ਮੱਥਾ ਟੇਕ ਕੇ ਚਰਨਾਂ 'ਚ ਬੈਠ ਕੇ ਸਿਮਰਨ ਕਰਨ ਲੱਗ ਜਾਂਦੇ। ਸੱਚੇ ਸਤਿਗੁਰੂ ਸਾਹਿਬ ਜੀ ਦੇ ਸੁੰਦਰ ਦਰਸ਼ਨਾਂ ਦਾ ਐਸਾ ਮਹਾਂਵਿਸਮਾਦ ਪ੍ਰਭਾਵ ਸਭ ਦੇ ਮਨਾਂ ਤੇ ਪੈਂਦਾ। ਸਤਿਗੁਰੂ ਸਾਹਿਬ ਜੀ ਦੇ ਮਹਾਂਵਿਸਮਾਦ ਪ੍ਰਤਾਪ ਕਰਕੇ ਸਤਿਗੁਰੂ ਸਾਹਿਬ ਜੀ ਦੇ ਪੂਰਨ ਪ੍ਰੇਮੀਆਂ ਦੀ ਖੰਡਾਂ ਬ੍ਰਹਮੰਡਾਂ 'ਚ ਵਿਆਪਕ ਬ੍ਰਹਮ ਜੀ 'ਚ ਲਿਵ ਲੱਗ ਜਾਂਦੀ। ਅੰਗ 79 ਖੰਡੀ ਬ੍ਰਹਮੰਡੀ ਪਾਤਾਲੀ ਪੂਰੀ ਈ ਤਿਰ ਭਵਨ ਤਾੜੀ ਲਾਈ ਹੈ। ਖੰਡ ਬ੍ਰਹਮੰਡ ਰਹਿਆ ਲਿਵ ਲਾਏ। ਪਰਮ ਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਨੇ ਹਰ ਥਾਂ ਹਰ ਸਵਾਸ ਮਾਨ ਅਪਮਾਨ ਮਿੱਤਰ ਸੱਤਰ ਦੁੱਖ ਸੁੱਖ 'ਚ ਸਮਾਨ ਬਿਰਤੀ ਕਰਕੇ ਸਿਮਰਨ ਕੀਤਾ। ਰਚਨਾ ਦੇ ਰਚਨਹਾਰ ਨਿਰਗੁਣ ਬ੍ਰਹਮ ਜੀ ਰਚਨਾ ਰਚਨ ਤੋਂ ਪਹਿਲਾਂ ਅਜਪਾ ਜਪ ਹੈ। ਆਪੈ ਜਪੋ ਆਪਣਾ ਜਾਪ ਅਨੁਸਾਰ ਆਪਣਾ ਜਾਪ ਲਗਾਤਾਰ ਆਪ ਕਰ ਰਹੇ ਹਨ। ਵਾਹਿਗੁਰੂ ਵਿਸਮਾਦ ਜਾਪ ਦੁਆਰਾ ਰਚਨਾ ਪ੍ਰਗਟ ਕੀਤੀ ਹੈ। ਇਸ ਖੰਡ ਬ੍ਰਹਮੰਡ ਦੀ ਰਚਨਾ 'ਚ ਭਰਪੂਰ ਵਿਆਪਕ ਹੋ ਕੇ ਆਪਣੇ ਅਸੰਖ ਬ੍ਰਹਮੰਡ ਦੀ ਰਚਨਾ ਸਮੇਤ ਸਦਾ ਅਜਪਾ ਜਾਪ ਕਰ ਰਹੇ ਹਨ। ਸਭੈ ਘਟ ਰਾਮ ਮੂੰਹ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਸਿਮਰੈ ਧਰਤੀ ਆਰੋ ਆਕਾਸਾ ਸਿਮਰ ਰਹੇ ਚੰਦ ਸੂਰਜ ਗੁਣ ਤਾਸਾ। ਪ੍ਰਸ਼ਨ 86 ਵਾਹਿਗੁਰੂ ਮੰਤਰ ਜੀ ਕਿਉਂ ਉਚਾਰੇ? ਸਰਲ ਦੇ ਭਲੇ ਜੀਆਂ ਦੇ ਔਗਣ ਵਕਾਰ ਹੰਗਤਾ 83 ਦਾ ਗੇੜਾ ਜਮਾਂ ਦਾ ਡਰ ਮੇਟ ਕੇ ਪ੍ਰੇਮ ਭਗਤੀ ਸਹਿਤ ਨਿਰਗੁਣ ਸਰਗੁਣ ਜੀ ਦੀ ਏਕਤਾ ਬਖਸ਼ਣ ਲਈ ਉਚਾਰੇ ਹਨ। ਵਾਹਿਗੁਰੂ ਮੰਤਰ ਪ੍ਰਾਪਤ ਕਰਨ ਵਾਲਿਆਂ ਤੇ ਕੀ ਅਸਰ ਪਿਆ? ਵਾਹਿਗੁਰੂ ਸਰੂਪ ਸਤਿਗੁਰੂ ਪਹਿਲੇ ਪਾਤਸ਼ਾਹ ਜੀ ਤੋਂ ਵਾਹਿਗੁਰੂ ਮੰਤਰ ਪ੍ਰਾਪਤ ਕਰਕੇ ਧੰਨ ਸਤਿਗੁਰੂ ਦੂਜੇ ਪਾਤਸ਼ਾਹ ਜੀ ਖੰਡਾਂ ਬ੍ਰਹਮੰਡਾਂ ਦੇ ਗੁਰੂ ਬਣੇ। ਜਥਾ ਨਾਨਕ ਗੁਰ ਤੇ ਗੋਰੋ ਹੋਇਆ ਵੇਖੋ ਤਿਸ ਕੀ ਰਜਾਈ। ਸੱਚੇ ਸਤਿਗੁਰੂ ਸਾਹਿਬ ਜੀ ਤੋਂ ਵਾਹਿਗੁਰੂ ਮੰਤਰ ਪ੍ਰਾਪਤ ਕਰਨ ਵਾਲੇ ਬੇਅੰਤ ਬ੍ਰਹਮ ਗਿਆਨੀ ਮਹਾਂਪੁਰਸ਼ ਬਣੇ। ਪਰਮ ਪੂਜਨੀਕ ਵਾਹਿਗੁਰੂ ਸਰੂਪ ਸਤਿਗੁਰੂ ਸਾਹਿਬਾਨ ਜੀ ਦੇ ਸੱਚੇ ਚਰਨ ਕਮਲਾਂ ਨਾਲ ਲੱਗਣੇ ਕਰਕੇ ਵਾਹਿਗੁਰੂ ਮੰਤਰ ਜੀ ਦੇ ਅਨਹਦ ਵਾਜੇ ਪ੍ਰੇਮੀਆਂ ਦੇ ਅੰਦਰ ਵੱਜਣ ਲੱਗ ਜਾਂਦੇ। ਯਥਾ ਬਿਨ ਵਨ ਤੇ ਨਾਨਕੋ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਪ੍ਰੇਮੀਆਂ ਨੇ ਪੂਰਨ ਸਤਿਗੁਰੂ ਸਾਹਿਬ ਜੀ ਤੋਂ ਪ੍ਰਭ ਕੈ ਸਿਮਰਨ ਨੇ ਅਨਹਦ ਚੁਨਕਾਰ ਸੋਖੋ ਪ੍ਰਭ ਸਿਮਰਨ ਕਾ ਅੰਤੋ ਨ ਪਾਰ। ਪ੍ਰਾਪਤ ਕਰਕੇ ਆਪਣਾ ਸਭ ਕੁਝ ਗੁਰੂ ਜੀ ਤੋਂ ਕੁਰਬਾਨ ਕਰ ਦਿੱਤਾ। ਜਿਵੇਂ ਸ਼ੀਸ਼ ਤਲੀ ਤੇ ਧਰ ਕੇ ਖੰਡਾ ਵਾਹੁਣਾ 7.5 ਮਹੀਨੇ ਦੀ ਕਰੜੀ ਭੁੱਖ ਸਾਰ ਕੇ ਸੱਚੇ ਪਾਤਸ਼ਾਹ ਜੀ ਦੀ ਆਗਿਆ ਮੰਨਣੀ। ਜ਼ਾਲਮ ਦੁਸ਼ਟ ਹੰਕਾਰੀ ਵੈਰੀ ਦਾ ਪੁਰਜਾ ਪੁਰਜਾ ਕੱਟ ਕੇ ਸ਼ਹੀਦ ਹੋ ਜਾਣਾ। ਬੰਦ ਬੰਦ ਕਟਾਉਣੇ ਚਰਖੜੀਆਂ ਤੇ ਚੜ ਜਾਣਾ। ਬੱਚਿਆਂ ਦਾ ਕਾਰਜਾ ਮੂੰਹ 'ਚ ਦੇਣ ਤੋਂ ਸਬਰ ਸ਼ੁਕਰ 'ਚ ਰਹਿਣਾ। ਗੱਡੀਆਂ ਦੇ ਸਾਹਮਣੇ ਪੈ ਜਾਣਾ। ਜੰਡਾਂ ਨਾਲ ਬੰਨ੍ਹ ਕੇ ਸਾੜੇ ਜਾਣਾ। ਦੇਗ 'ਚੋਂ ਵਾਲੇ ਜਾਣਾ। ਖੋਪਰੇ ਲਹਾਉਣੇ ਆਦਿ ਬੇਅੰਤ ਹੀ ਕੁਰਬਾਨੀਆਂ ਹੋਈਆਂ ਹਨ। ਕਾਬਲ ਕੰਧਾਰ ਆਦਿ ਤੋਂ ਚੜ ਕੇ ਆਏ ਜ਼ਾਲਮਾਂ ਨਾਲ ਵਾਹਿਗੁਰੂ ਵਾਹਿਗੁਰੂ ਜਪ ਕੇ ਧਰਮ ਯੁੱਧ ਲੜ ਕੇ ਉਹਨਾਂ ਤੋਂ ਨੌਜਵਾਨ ਬੱਚੀਆਂ ਨੂੰ ਛਡਾਉਣਾ।
ਹਮਲਾਵਰਾਂ ਦਾ ਮੂੰਹ ਭੰਨਣਾ। ਸ਼ੇਰੇ ਪੰਜਾਬ ਹਰੀ ਸਿੰਘ ਨਲੂਆ, ਕਾਲੀ ਫੂਲਾ ਸਿੰਘ ਜੀ, ਬਾਬਾ ਸ਼ਾਮ ਸਿੰਘ ਜੀ ਟਾਰੀ ਵਾਲੇ, ਬਾਬਾ ਸਾਹਿਬ ਸਿੰਘ ਜੀ ਬੇਦੀ, ਬ੍ਰਹਮ ਗਿਆਨੀ ਸਤਿਗੁਰੂ ਸਾਹਿਬਾਨ ਜੀ ਦੇ ਦੂਲਿਆਂ ਸੂਰਵੀਰ ਬਹਾਦਰਾਂ ਨੇ ਕਾਬਲ ਪਿਸ਼ੌਰ ਨੂੰ ਜਿੱਤਣਾ ਬਹੁਤ ਵੱਡੀ ਬਹਾਦਰੀ ਹੈ। ਸੋ ਵਾਹਿਗੁਰੂ ਮੰਤਰ ਜੀ ਦਾ ਜੋ ਅਸਰ ਪਿਆ ਉਸ ਬਾਰੇ ਕਾਗਜ਼ ਦੇ ਕਲਮ ਨਾ ਲਿਖਣ ਹਾਰੋ ਅਨੁਸਾਰ ਲਿਖਿਆ ਹੀ ਨਹੀਂ ਜਾ ਸਕਦਾ ਜੀ। ਅੰਗ 80 ਪ੍ਰਸ਼ਨ ਨੰਬਰ 88 ਜੇਕਰ ਅਰਦਾਸ ਪੂਰੀ ਨਾ ਹੋਵੇ ਤਾਂ ਬਿਰਥੀ ਕਦੇ ਨਾ ਹੋਵਈ। ਜਾਨ ਕੀ ਅਰਦਾਸ ਪੜ੍ਹ ਕੇ ਸ਼ੰਕਾ ਕਰਦੇ ਹਨ ਕਿ ਅਰਦਾਸ ਪੂਰੀ ਕਿਉਂ ਨਾ ਹੋਈ। ਉੱਤਰ ਅਗਲੀ ਤੁਕ ਨਾਲ ਜੋੜ ਕੇ ਸਹੀ ਅਰਥ ਕਰਨੇ। ਕਈ ਵਾਰੀ ਇੱਕ ਤੁਕ ਦੇ ਅਰਥ ਪੜ੍ਹ ਕੇ ਅਸੀਂ ਗਲਤ ਸੋਚਦੇ ਹਾਂ। ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਸੇ। ਜਿਨ੍ਹਾਂ ਜਨ ਪਿਆਰਿਆਂ ਅੰਦਰ ਗੁਣਤਾ ਸੇ ਸਤ ਸੰਤੋਖ ਦਇਆ ਧਰਮ ਵਿਚਾਰ ਨਿਮਰਤਾ ਭਾਵ ਭਗਤੀ ਸਹਿਨਸ਼ੀਲਤਾ ਖਿਮਾਤੀ ਜਾਤ ਬ੍ਰਹਮ ਵਿਦਿਆ ਨਿਰਗੁਣ ਸਰਗੁਣ ਦੀ ਏਕਤਾ ਸਹਿਤ ਪੂਰਨ ਬ੍ਰਹਮ ਗਿਆਨ ਗੁਰ ਸ਼ਬਦ ਆਦਿ ਸਰਵ ਵਿਆਪਕੋ ਮਹਾਵਿਸਵਾਦ ਅਨੰਤ ਸੁਭ ਗੁਣਾਂ ਦੇ ਤਾਸੇ ਖਜ਼ਾਨੇ ਪੂਰਨ ਗੋਬਿੰਦ ਅਕਾਲ ਪੁਰਖ ਜੀ ਦਾ ਜੋ ਰੋ ਬਲ ਹੈ, ਜੋ ਰੋ ਗਿਆਨ ਹੈ, ਜੋ ਰੋ ਜੋੜ ਹੈ ਭਾਵ ਜੁੜੇ ਹੋਏ ਹਨ। ਉਹਨਾਂ ਦੀ ਅਰਦਾਸ ਕਦੇ ਵੀ ਰਜਾ ਤੋਂ ਉਲਟ ਬਿਰਥੀ ਨਿਕੰਮੀ ਨਹੀਂ ਹੁੰਦੀ ਵੀ ਮੈਨੂੰ ਚੋਰੀ ਕਤਲ ਆਦਿ ਪਾਪ ਕਰਮ 'ਚ ਕਾਮਯਾਬੀ ਹੋਵੇ। ਉਹ ਤਾਂ ਰਜਾ 'ਚ ਰਹਿਣ ਦੀ ਸਰਵਾਦੇ ਭਲੇ ਦੀ ਹੀ ਮੰਗ ਮੰਗਦੇ ਹਨ। ਜਿਵੇਂ ਮਹਾਨ ਪਰਉਪਕਾਰੀ ਬਾਬੇ ਮਹਾਂ ਸਿੰਘ ਜੀ ਨੇ ਮਾਝੇ ਦੀ ਟੁੱਟੀ ਗੰਢਾਈ, ਬਾਬੇ ਦਾਨ ਸਿੰਘ ਜੀ ਨੇ ਮਾਲਵੇ ਦੀ ਟੁੱਟੀ ਗੰਢਾਈ, ਆਪਣੇ ਲਈ ਕੁਝ ਨਹੀਂ ਮੰਗਿਆ। ਸੋ ਹਰੀ ਦੇ ਜਨ ਕਾਮਨਾ ਦੇ ਤਿਆਗੀ ਹੋਣੇ ਕਰਕੇ ਨਿੱਜੀ ਕਾਮਨਾ ਦੀ ਪੂਰਤੀ ਲਈ ਅਰਦਾਸ ਨਹੀਂ ਕਰਦੇ। ਜਿਵੇਂ ਧੰਨ ਬਾਬਾ ਖਿਦਾਰੀ ਜੀ। ਦੂਜਾ ਅਰਥ ਪਰਮ ਪੂਜਨੀਕ ਸ੍ਰੀ ਗੁਰਬਾਣੀ ਦੇ ਅੰਦਰ ਜਨ ਸੱਚੇ ਸਤਿਗੁਰਾਂ ਨੂੰ ਵੀ ਕਿਹਾ ਹੈ। ਹਾਰੇ ਕੇ ਜਨ ਸਾਤੇ ਗੁਰ ਸਤਿਪੁਰਖਾ। ਸਤ ਸੱਚੇ ਅਕਾਲ ਪੁਰਖਾ ਪੁਰਖ ਜੀ ਦੇ ਜਨ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਸ ਕਰਕੇ ਸੱਚੇ ਸਤਿਗੁਰਾਂ ਦੀ ਅਰਦਾਸ ਹੈ ਜੋ ਅੰਮ੍ਰਿਤ ਗੁਰਬਾਣੀ ਹੈ ਇਹ ਕਦੇ ਵੀ ਬਿਰਥੀ ਨਹੀਂ ਹੁੰਦੀ। ਸਾਰਿਆਂ ਸਮਿਆਂ 'ਚ ਸਾਰਿਆਂ ਥਾਵਾਂ ਤੇ ਸਰਬ ਦਾ ਭਲਾ ਹਰ ਸਮੇਂ ਕਰ ਰਹੀ ਹੈ। ਖੰਡ ਬ੍ਰਹਮੰਡ ਅੰਦਰ ਅਨੇਕ ਹੀ ਪ੍ਰੇਮੀ ਪਰਮ ਪੂਜਨੀਕ ਸ੍ਰੀ ਗੁਰਬਾਣੀ ਜੀ ਪੜ੍ਹ ਸੁਣੋ ਕੀਰਤਨ ਕਥਾ ਕਰਕੇ ਨਿਹਾਲ ਹੋ ਰਹੇ ਹਨ। ਤੀਜਾ ਅਰਥ ਹਰੀ ਜੀ ਦੇ ਜਨ ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਸਾਹਿਬ ਜੀ ਆਦਿ ਮਹਾਂਪੁਰਖਾਂ ਜੀ ਦੀ ਕੀਤੀ ਹੋਈ ਅਰਦਾਸ ਕਦੇ ਵੀ ਬਿਰਥੀ ਨਹੀਂ ਹੁੰਦੀ। ਜੋ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਨ ਉਹ ਹੀ ਪੂਰੀ ਹੋ ਜਾਂਦੀ ਹੈ। ਯਥਾ ਕੀਤਾ ਲੋੜਾਂ ਨੇ ਸੋਈ ਕਰਾਏ ਨੇ ਦਾਰੇ ਫੇਰੂ ਨ ਕੋਈ ਪਾਏਂਦਾ। ਅੰਗ 81 ਜਾਤ ਕਤ ਦੇਖੋ ਤਤ ਤਤ ਤੁਮ ਹੀ ਮੋਹੇ ਇਹੋ ਵਿਸ਼ਵਾਸ ਹੋਏ ਆਇਓ। ਕਹਿ ਪਹਿ ਕਰੋ ਅਰਦਾਸ ਬੇਨਤੀ ਜੋ ਸੁਣਤੋ ਹੈ ਰਾਗ ਰਾਇਓ। ਸੱਚੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਮੋਹਿ ਦਾਸਨ ਦਾਸ। ਜਤ ਜਿੱਥੇ ਕਤ ਕਿੱਥੇ ਦੇਖਦਾ ਹੈ ਤਤ ਤਤ ਤਿੱਥੇ ਤਿੱਥੇ ਤੁਮ ਆਪ ਜੀ ਹੀ ਸਰਵਵਿਆਪੀ ਮਹਾਵਿਸ਼ਵਾਸ ਭਰਪੂਰ ਹੋ ਰਹੇ ਹੋ ਜੀ। ਆਪ ਜੀ ਦੀ ਕਿਰਪਾ ਦੁਆਰਾ ਇਹ ਵਿਸ਼ਵਾਸ ਭਰੋਸਾ ਹੋਏ ਆਇਆ ਹੈ। ਇਸ ਲਈ ਅੰਤ ਕਲਾਵਾਨ ਸਰਵਵਿਆਪੀ ਮਹਾਵਿਸ਼ਵਾਸ ਭਰਪੂਰ ਵਿਆਪਕੋ ਸਤ ਸਰੂਪ ਆਪ ਜੀ ਨੂੰ ਛੱਡ ਕੇ ਹੋਰ ਕਹਿ ਕਿਸ ਦੇ ਪਹਿ ਪਾਸ ਅਰਦਾਸ ਬੇਨਤੀ ਕਰਾਂ। ਜੋ ਜਦੋਂ ਹੀ ਵਿਆਪਕੋ ਰਾਗੋ ਰਾਇਓ ਸੱਚੇ ਵਾਹਿਗੁਰੂ ਜੀ ਆਪ ਜੀ ਦਰਸ਼ਨ ਦਾਸ ਦੀ ਪ੍ਰੇਮ ਬੇਨਤੀ ਸੁਣਦੇ ਹੋ ਭਾਵ ਜਦੋਂ ਵਿਆਪਕ ਵਾਹਿਗੁਰੂ ਜੀ ਅਰਦਾਸ ਸੁਣ ਰਹੇ ਹਨ ਤਦੋਂ ਵਿਆਪਕ ਨੂੰ ਛੱਡ ਕੇ ਹੋਰ ਕਿਸ ਦੰਭੀ ਗੁਰੂ ਦੇ ਪਾਸ ਅਰਦਾਸ ਬੇਨਤੀ ਕਰੀਏ। ਅੰਤਰਜਾਮੀ ਵਿਆਪਕ ਅੱਗੇ ਤਾਂ ਅਰਦਾਸ ਨਮਸਕਾਰ ਹਮੇਸ਼ਾ ਹੀ ਕਰਦੇ ਰਹਿਣਾ ਚਾਹੀਦਾ ਹੈ। ਵੇਣੋ ਬੋਲਿਆ ਸਭ ਕਿਛੋ ਜਾਣਦਾ ਕਿ ਸੋ ਆਗੈ ਕੀਚੈ ਅਰਦਾਸ। ਸੱਚੇ ਸਤਿਗੁਰੂ ਪ੍ਰਭੂ ਸ੍ਰੀ ਗੁਰੂ ਤੀਜੇ ਪਾਤਸ਼ਾਹ ਜੀ ਫਰਮਾਉਂਦੇ ਹਨ ਦਾਸਨ ਦਾਸ ਦੇ ਸਤਿਗੁਰੂ ਪ੍ਰਭੂ ਸ੍ਰੀ ਗੁਰੂ
ਦੂਜੇ ਪਾਤਸ਼ਾਹ ਜੀ ਵੇਣੋਂ ਬਿਨਾ ਬੋਲਿਆਂ ਬੋਲਣ ਦੇ ਸਭ ਕਿਛੂ ਜਾਣਦਾ ਜਾਣਦੇ ਹਨ। ਐਸੇ ਅੰਤਰਜਾਮੀ ਅੰਤ ਕਲਾਵਾਨ ਮਿਹਰਬਾਨ ਪੂਰਨ ਸੱਚੇ ਸਤਿਗੁਰਾਂ ਨੂੰ ਛੱਡ ਕੇ ਹੋਰ ਕਿਸੋ ਆਗੈ ਅਰਦਾਸੇ ਕੀਚੈ ਕਰਨਾ ਕਰੇ। ਪੂਰਨ ਪ੍ਰਪੱਕ ਨਿਸ਼ਚਾ ਜਨਾਇਆ ਹੈ ਕਿ ਦਾਸਨ ਦਾਸ ਦੇ ਸਤਿਗੁਰੂ ਜੀ ਅੰਤਰਜਾਮੀ ਹਨ। ਸੱਚੇ ਸਤਿਗੁਰਾਂ ਅੱਗੇ ਅਰਦਾਸ ਨਮਸਕਾਰ ਹਰ ਸਵਾਸ ਕਰਨੀ ਹੀ ਹੈ। ਜਥਾ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਾਰੇ। ਸੱਚੇ ਸਤਿਗੁਰਾਂ ਬਿਨਾਂ ਹੋਰ ਕਿਸੇ ਅੱਗੇ ਅਰਦਾਸ ਨਹੀਂ ਕਰਨੀ। ਅਰਦਾਸ ਤੋਂ ਮਨਾਹੀ ਦੇ ਅਰਥ ਨਹੀਂ ਕਰਨੇ। ਅਰਦਾਸ ਮਗਰੋਂ ਹੁਕਮਨਾਮਾ ਲੈਣਾ ਤੇ ਹੀ ਜ਼ਰੂਰੀ ਹੈ, ਪਰ ਜੇ ਕਿਸੇ ਦੇ ਦਿਲ ਦੀ ਰੀਝ ਹੋਵੇ ਤਾਂ ਪਹਿਲਾਂ ਵੀ ਲੈ ਸਕਦਾ ਹੈ। ਅਰਦਾਸ ਤੋਂ ਮਗਰੋਂ ਹੁਕਮ ਲੈਣਾ ਤਾਂ ਅਤੀ ਹੀ ਜ਼ਰੂਰੀ ਹੈ। ਸਰਬੱਤ ਸਚਿਆਰੇ ਪ੍ਰੇਮੀਆਂ ਦੇ ਚਰਨਾਂ ਤੇ ਮੱਥਾ ਰੱਖ ਕੇ ਖਾਸ ਨਿਮਰਤਾ ਸਹਿਤ ਪ੍ਰੇਮ ਬੇਨਤੀ ਹੈ, ਆਪ ਅਰਦਾਸ ਚੇਤੇ ਕਰਨ ਅਤੇ ਆਪਣੇ ਬੱਚਿਆਂ ਨੂੰ ਕਰਾਉਣ। ਕਈ ਸ਼ੰਕਾ ਕਰਦੇ ਹਨ ਕਿ ਸੁਭ ਬਚਨ ਗੁਰੂ ਗ੍ਰੰਥ ਸਾਹਿਬ ਜੀ 'ਚ ਨਹੀਂ ਲਿਖੇ। ਰਾਜਾਨ ਰਾਜ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਚਵਰ ਤਖਤ ਛਤਰ ਦੇ ਮਾਲਕ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਦੇ ਕੇ ਆਗਿਆ ਪਈ ਅਕਾਲ ਕੀ ਤੋਂ ਬਚੈ ਸਰਨ ਜੋ ਹੋਏ ਤੱਕ ਸ੍ਰੀ ਮੁਖਵਾਕ ਵਚਨ ਫਰਮਾਏ ਹਨ। ਜਿਵੇਂ ਦਸਾਂ ਹੀ ਪਾਤਸ਼ਾਹਾਂ ਨੇ ਗੁਰਤਾ ਗੱਦੀ ਦੇਣ ਤੋਂ ਬਾਅਦ ਸ਼ੁਭ ਸਿੱਖਿਆ ਰੂਪ ਅਮੋਲਕ ਵਚਨ ਜਿਨ੍ਹਾਂ ਸੱਚੇ ਸਤਿਗੁਰਾਂ ਨੂੰ ਗੁਰਤਾ ਦਿੰਦੇ ਰਹੇ ਉਹਨਾਂ ਨੂੰ ਸ਼ੁਭ ਉਪਦੇਸ਼ ਅਤੇ ਸਤਸੰਗਤ ਜੀ ਨੂੰ ਉਹਨਾਂ ਦੀ ਸੇਵਾ ਪੂਜਨ ਮੰਨਣ ਬਾਰੇ ਕਹੇ ਹਨ। ਐਸੇ ਬੇਅੰਤ ਹੀ ਅਮੋਲਕ ਵਚਨ ਹਨ ਜੋ ਲਿਖਤ ਰੂਪ ਜਾਂ ਸੀਨੇ ਵਿਸੀਨੇ ਚਲੇ ਆਉਂਦੇ ਹਨ। ਸ਼ਰਧਾਵਾਨ ਪ੍ਰੇਮੀ ਸਰਦਾ ਸਹਿਤ ਮੰਨਦੇ ਹਨ। ਬੇਅੰਤ ਹੀ ਰਹਿਤਨਾਮਿਆਂ 'ਚ ਵਚਨ ਆਏ ਹਨ। ਇਸ 'ਚ ਅਕਾਲ ਪੁਰਖ ਜੀ ਦੀ ਆਗਿਆ ਤੇ ਸ਼ਬਦ ਨੂੰ ਗੁਰੂ ਮੰਨ ਕੇ ਸਰਦਾ ਪ੍ਰੇਮ ਸਹਿਤ ਖੋਜ ਕਰਕੇ ਪ੍ਰਭੂ ਜੀ ਨਾਲ ਮਿਲਣ ਦਾ ਸੁਭ ਸੱਚਾ ਸੁੱਚਾ ਉੱਚਾ ਉਪਦੇਸ਼ ਹੈ। ਕਿਤਨੀ ਹੀ ਨਿਮਰਤਾ ਹੈ ਜੋ ਆਗਿਆ ਭਈ ਅਕਾਲ ਕੀ ਕਿਹਾ ਹੈ। ਅੰਗ 82 ਗੁਰਬਾਣੀ 'ਚ ਵੀ ਸ਼ਬਦ ਨੂੰ ਗੁਰੂ ਪੀਰ ਮੰਨਣ ਦਾ ਸੁਭ ਸੱਚਾ ਉਪਦੇਸ਼ ਹੈ। ਸਭ ਦੋ ਗੁਰ ਪੀਰਾ ਗਹਿਰ ਗੰਭੀਰਾ ਬੇਨੂ ਸ਼ਬਦ ਹੈ ਜਾਗੋ ਬੌਰਾਨੰ। ਪਰਮ ਪੂਜਨੀ ਗੁਰਬਾਣੀ ਦੇ ਆਸ਼ੇ ਅਨੁਸਾਰ ਕਹੇ ਹੀਰੇ ਲਾਲ ਅਮੋਲਕ ਸ਼ੁਭ ਬਚਨਾਂ ਨੂੰ ਰੋਮ ਰੋਮ ਕਰਕੇ ਕੋਟਾਨ ਕੋਟ ਸਦਾ ਸਦਾ ਨਮਸਕਾਰ ਹੈ ਜੀ। ਸ਼ੰਕਾ ਪਾਉਣ ਵਾਲਿਆਂ ਨੂੰ ਸੱਚੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਆਪਣਾ ਪ੍ਰੇਮ ਬਖਸ਼ਣ। ਆਗਿਆ ਅਕਾਲ ਹੋ ਗੁਰੂ ਗ੍ਰੰਥ ਬਾਣੀ ਮੰਨੋ, ਖਾਲਸੇ ਦੀ ਸੰਗਤ ਤੇ ਨਾਮ ਰੰਗ ਮਾਣੀਏ। ਹੇ ਗੁਰੂ ਪਿਆਰੇ ਖਾਲਸਾ ਜੀ, ਇਹੋ ਹੀ ਅਕਾਲ ਪੁਰਖ ਜੀ ਦੀ ਪਰਮ ਪਵਿੱਤਰ ਸ਼ੁਭ ਸੱਚੀ ਆਗਿਆ ਹੈ ਕਿ ਸੱਚੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦੇ ਅੱਖਰ ਅੱਖਰ ਤੇ ਪੂਰਨ ਗੁਰੂ ਭਾਵਨਾ ਧਾਰ ਕੇ ਪੂਰਨ ਸੱਚੇ ਗੁਰੂ ਜੀ ਮੰਨੋ। ਗੁਰੂ ਖਾਲਸੇ ਜੀ ਦੀ ਸੰਗਤ ਦਾ ਅਤੇ ਨਾਮ ਦਾ ਰੰਗ ਆਨੰਦ ਮਾਣੀਏ, ਮਨ ਨਾ ਕਰੋ। ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ। ਪ੍ਰਭੂ ਸਤਿਗੁਰੂ ਦਸਵੀਂ ਪਾਤਸ਼ਾਹੀ ਜੀ ਆਪਣੇ ਸ੍ਰੀ ਸੋਭਾ ਵਾਲੇ ਸੁਭਾਏ ਮਾਨ ਸ਼੍ਰੋਮਣੀ ਮੁਖ ਚੋਂ ਮੁਖ ਵਾਕ ਹੁਕਮ ਉਚਾਰਦੇ ਹਨ। ਹੇ ਪਿਆਰਿਓ, ਦਾਸਨ ਦਾਸ ਨੂੰ ਅਕਾਲ ਪੁਰਖ ਬਾਚ ਇਸ ਕੀਟ ਪ੍ਰਤ ਅਨੁਸਾਰ ਜਦੋਂ ਅਕਾਲ ਕਾਲ ਰਹਿਤ ਅਕਾਲ ਪੁਰਖ ਜੀ ਦੀ ਆਗਿਆ ਪਈ ਹੋਈ ਤਵੀ ਤਦੋਂ 1756 ਬਿਕਰਮੀ ਸੰਮਤ ਨੂੰ ਖੰਡੇ ਬਾਟੇ ਦਾ ਅਮਰ ਛਕਾ ਕੇ ਖਾਲਸਾ ਸਾਜ ਕੇ ਖਾਲਸਾ ਪੰਥ ਜੀ ਚਲਾਏ। ਤਨ ਤਨ ਸਤਿਗੁਰੂ ਕਿਤਨੀ ਨਿਮਰਤਾ ਹੈ। अंग 83 सब सिखन को हुक्म है गुरु मानियो ग्रंथ। सब सिखन को नू अकाल पुरख जी का ਸਰਬੱਤ ਦੇ ਭਲੇ ਦਾ ਪਰਮ ਪਿੱਤਰ ਸ਼ੁਭ ਸੱਚਾ ਹੁਕਮ ਹੈ ਕਿ ਸੱਚੇ ਸਤਿਗੁਰੂ ਗ੍ਰੰਥ ਸਾਹਿਬ ਜੀ
ਅੱਖਰ ਅੱਖਰ ਤੇ ਗੁਰੂ ਭਾਵਨਾ ਧਾਰ ਕੇ ਪੂਰਨ ਗੁਰੂ ਪੂਰਨ ਬ੍ਰਹਮ ਸਰੂਪ ਜੀ ਸਮਝ ਕੇ ਨਿਸ਼ਚੇ ਸਿਦਕ ਭਰੋਸੇ ਨਾਲ ਮਾਨਿਓ ਮੰਨਣੇ ਮਨਾਉਣੇ ਪੂਜਣੇ ਪੂਜਾਉਣੇ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਸ੍ਰੇਸ਼ਟ ਸੱਚੇ ਸਤਿਗੁਰੂ ਗ੍ਰੰਥ ਸਾਹਿਬ ਜੀ ਦਸਾਂ ਸਤਿਗੁਰਾਂ ਦੀ ਹਾਜ਼ਰ ਨਾਜ਼ਰ ਪ੍ਰਗਟ ਦੇਹ ਕਰਕੇ ਮਾਨਿਓ ਮੰਨਣੇ ਪੂਜਣੇ ਨਮਸਕਾਰਨੇ ਜੀ। ਜੋ ਪ੍ਰਭ ਕੋ ਮਿਲਵੋ ਚਹਿ ਖੋਜ ਸ਼ਬਦ ਮੈਂ ਲੇਹ। ਜੋ ਪ੍ਰੇਮੀ ਪ੍ਰਭੂ ਸਮਰੱਥ ਵਾਹਿਗੁਰੂ ਜੀ ਕੋ ਨੂੰ ਮਿਲਵੋ ਮਿਲਣਾ ਚਾਹੇ ਉਹ ਗੁਰ ਸ਼ਬਦ ਮੈਂ ਵਿੱਚ ਖੋਜ ਕਰਕੇ ਮੇਲ ਲੇਹ ਲਵੇ। ਰਾਜ ਕਰੇਗਾ ਖਾਲਸਾ ਕੀ ਰਹਿ ਨ ਕੋਇ। ਖਾਲਸਾ ਸੱਚੇ ਸਤਿਗੁਰੂ ਗ੍ਰੰਥ ਸਾਹਿਬ ਅਜੱਪਾ ਜਾ ਵਾਹਿਗੁਰੂ ਜੀ ਸਭ ਬ੍ਰਹਮੰਡਾਂ ਧਰਮਾਂ ਮਨਾਂ ਜੀਆਂ ਇੰਦਰੀਆਂ ਦੇਵਤਿਆਂ ਦੈਂਤਾਂ ਚੱਕਰਵਰਤੀ ਪਾਤਸ਼ਾਹਾਂ ਤੱਤਾਂ ਖਾਣੀਆਂ ਬਾਣੀਆਂ ਤੇ ਜੁਗ ਜੁਗ ਅਟਲ ਰਾਜ ਕਰੇਗਾ ਕਰਨਗੇ ਅਥਵਾ। ਸੱਚੇ ਸਤਿਗੁਰੂ ਗ੍ਰੰਥ ਸਾਹਿਬ ਜਪਾ ਜਾ ਵਾਹਿਗੁਰੂ ਜੀ ਦੇ ਸੱਚੇ ਚਰਨ ਕਮਲਾਂ ਦੇ ਲੀਨ ਪੂਰਨ ਗੁਰੂ ਜੀ ਦੇ ਆਗਿਆਕਾਰੀ ਅਨੁਸਾਰੀ ਸ਼ੁੱਧ ਖਾਲਸਾ ਪੰਥ ਜੀ ਸਦਾ ਰਾਜ ਕਰਨਗੇ। ਕੋਈ ਵੀ ਆਕੀ ਨਾ ਰਹੇਗਾ। ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਦੁਨੀਆ ਤਰਦੀ ਸੀ, ਹੁਣ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਵਾਹਿਗੁਰੂ ਵਿਆਪਕ ਬ੍ਰਹਮ ਜੀ ਜਿਨ੍ਹਾਂ ਨੇ ਕੋਟਾਨ ਕੋਟ ਖੰਡ ਬ੍ਰਹਮੰਡ ਰਚੇ ਹਨ, ਹੁਣ ਸਾਰੀ ਰਚਨਾ ਨੂੰ ਮਰਜ਼ਾਦਾ ਚਲਾ ਰਹੇ ਹਨ। ਅਨੰਤ ਬ੍ਰਹਮੰਡ ਜਿਨ੍ਹਾਂ ਨੂੰ ਨਮਸਕਾਰ ਕਰ ਰਹੇ ਹਨ, ਤਿਨਾਂ ਨੇ ਵਾਹਿਗੁਰੂ ਦਸਵੇਂ ਸਤਿਗੁਰੂ ਨਾਨਕ ਦੇਵ ਸਾਹਿਬ ਸਰੂਪ 'ਚ ਬਖਸ਼ਿਸ਼ ਕਰਦਿਆਂ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਆ ਹੈ। ਵਾਧਾ ਇਹ ਹੈ ਕਿ ਆਪ ਸੱਚੇ ਗੁਰੂ ਸਤ ਸਰੂਪ ਪੂਰਨ ਬ੍ਰਹਮ ਜੀ ਦੇ ਅਵਤਾਰ ਹੁੰਦਿਆਂ ਆਪ ਚੇਲੇ ਬਣੇ, ਦਾਤੇ ਹੁੰਦਿਆਂ ਮੰਗਤੇ ਬਣੇ। ਜਥਾ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਠਾਕੁਰੋ ਮੈਂ ਉਸਕਾ ਚੇਰਾ। ਹਾਰੇ ਗੁਰੂ ਗੋਬਿੰਦ ਧਿਆਈ ਹੈ ਸਾਚੇ ਅੰਮ੍ਰਿਤ ਵੇਲਾ। ਵਾਹੋ ਵਾਹੋ ਗੁਰ ਗੋਬਿੰਦ ਸਿੰਘ ਆਪੇ ਗੁਰੂ ਚੇਲਾ। ਪੀ ਵਹੋ ਪਾਹੋ ਖੰਡੇ ਤਾਰ ਹੋਏ ਜਨਮ ਸੁਹੇਲਾ। ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦਹੇਲਾ। ਵਾਹੋ ਵਾਹੋ ਗੁਰ ਗੋਬਿੰਦ ਸਿੰਘ ਆਪੇ ਗੁਰੂ ਚੇਲਾ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਠਾਕੁਰੋ ਮੈਂ ਉਸਕਾ ਚੇਰਾ। ਬਹੁ ਗਿਣਤੀ 'ਚ ਭੇਖੀ ਪਖੰਡੀ ਲੋਕ ਆਪਣਾ ਝੂਠਾ ਲੰਗਰ ਚਮੜਾ ਕੇ ਆਪ ਹੀ ਭੋਗ ਲਾ ਕੇ ਲੋਕਾਂ ਨੂੰ ਛਕਾਉਂਦੇ ਸਨ, ਹੁਣ ਵੀ ਛਕਾਉਂਦੇ ਹਨ, ਜਿਸ ਤੋਂ ਬੇਅੰਤ ਹੀ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਸ ਦੋਸ਼ ਦੀ ਨਿਵਰਤੀ ਲਈ ਪੂਰਨ ਸੱਚੇ ਸਤਿਗੁਰੂ ਸਾਹਿਬ ਜੀ ਨੇ ਕਿਰਪਾਨ ਭੇਟ ਕਰਕੇ ਪ੍ਰਸ਼ਾਦ ਵਰਤਾਉਣ ਦੀ ਸਭ ਸੱਚੀ ਮਰਜ਼ਾਦਾ ਬਖਸ਼ੀ। ਅੰਗ 84 ਪਖੰਡੀ ਜਾਤ ਸਾਦੇ ਕੱਚੇ ਲੋਕ ਦੁਖੀ ਪਰਜਾ ਨੂੰ ਭੂਤਾਂ ਵਾਂਗ ਦੁੱਖ ਦੇ ਰਹੇ ਸਨ। ਆਪੋ ਆਪਣੇ ਕੱਚੇ ਮੰਤਰ ਬਣਾ ਕੇ ਕੱਚੇ ਗੁਰੂ ਬਣਦੇ ਸਨ। ਸੱਚੇ ਸਤਿਗੁਰੂ ਸਾਹਿਬ ਜੀ ਨੇ ਸਭ ਪਖੰਡੀਆਂ ਦੇ ਅਧਿਕਾਰ ਖੋਹ ਲਏ। ਪਰਜਾ ਨੂੰ ਗੁੰਮਰਾਹ ਕਰਕੇ ਲੁੱਟਣ ਖਾਣ ਵਾਲੇ ਸੱਚੇ ਸਤਿਗੁਰੂ ਸਾਹਿਬ ਜੀ ਤੋਂ ਨਿਸ਼ਰਦਕ ਕਰਨ ਲਈ ਇਹ ਕਹਿੰਦੇ ਹਨ, ਪਹਿਲਾਂ ਪੈਦਲ ਸਫ਼ਰ ਕਰੀਦਾ ਸੀ, ਹੁਣ ਹਵਾਈ ਜਹਾਜ਼ ਰਾਕਟ ਬਣ ਗਏ ਹਨ। ਸਤਿਗੁਰਾਂ ਦੀ ਮਰਜ਼ਾਦਾ ਪੁਰਾਤਨ ਹੈ, ਹੁਣ ਇਸ ਦੀ ਕੀ ਲੋੜ ਹੈ। ਐਸੀਆਂ ਕੂੜੀਆਂ ਗੱਲਾਂ ਕਰਕੇ ਸਤਿਗੁਰਾਂ ਦੀ ਕਮਾਈ ਨੂੰ ਲੁਕਾਉਂਦੇ ਹਨ। ਦਸਾਂ ਜਾਮੇ ਅੰਦਰ ਘਾਲ ਕਮਾਈ ਕਰਕੇ ਫਿਰ ਐਡੀ ਵੱਡੀ ਦਾਤ ਬਖਸ਼ੀ ਹੈ। ਧੰਨ ਅਜੱਪਾ ਜਾਪ ਵਾਹਿਗੁਰੂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਉਬਲਦੀ ਦੇਗ ਅੰਦਰ ਬੈਠੇ। ਸਤਿਗੁਰੂ ਨੌਵੇਂ ਪਾਤਸ਼ਾਹ ਜੀ ਨੇ ਸੀਸ ਕੁਰਬਾਨ ਕੀਤਾ, ਆਪਣਾ ਸਰਬੰਸ ਕੁਰਬਾਨ ਕਰਨ ਵਾਲੇ। ਧੰਨ ਅਜੱਪਾ ਜਾ ਵਾਹਿਗੁਰੂ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਮੋਲਕ ਦਾਤ ਬਖਸ਼ੀ ਹੈ। ਸਤਿਗੁਰਾਂ ਦੀ ਸ਼ਹੀਦੀ ਜਪ ਜਪ ਕੇ ਸ਼ੰਕੇ ਛੱਡ ਕੇ ਨਿਹਾਲ ਹੋਣਾ ਚਾਹੀਦਾ ਹੈ ਜੀ। ਸੰਤ ਭੇਖ ਚ ਵੀ ਜੇ ਕੋਈ ਨਿੰਦਕ ਨਿਸ਼ਰਦਕ ਸ਼ੰਕੇ ਪਾਵੇ, ਗੁੰਮਰਾਹ ਕਰੇ, ਉਸ ਦੇ ਮਗਰ ਲੱਗ ਕੇ ਸਤਿਗੁਰਾਂ ਦੀ ਕਰਨੀ ਕਮਾਈ ਕੁਰਬਾਨੀ ਨਹੀਂ ਭੁੱਲਣੀ ਚਾਹੀਦੀ। ਹੇ ਪਖੰਡੀਓ, ਸਤਿਗੁਰਾਂ ਨਾਲ ਈਰਖਾ ਕਰਕੇ ਐਸੇ ਸ਼ੰਕੇ ਨਾ ਪਾਵੋ। ਸਰਵੰਸਦਾਨੀ ਸਤਿਗੁਰੂ ਸਾਹਿਬਾਨ ਜੀ ਦਾ ਬਖਸ਼ਿਆ ਅੰਮ੍ਰਿਤ ਛਕ ਕੇ ਨਿਹਾਲ ਹੋਵੋ।